Hello everyone, I am your Punjabi teacher from Mount Litera G School, ਰਾਮਪੁਰਾ ਫੂਲ। ਹਾਂਜੀ, ਅੱਜ ਅਸੀਂ ਲੇਖ ਕਰਾਂਗੇ ਸੁਤੰਤਰਤਾ ਦਿਵਸ। ਸੁਤੰਤਰਤਾ ਦਿਵਸ ਮੀਨਸ ਸਾਡਾ ਆਜ਼ਾਦੀ ਦਿਹਾੜਾ। ਠੀਕ ਹੈ ਕਿ ਸਾਡਾ ਜਿਹੜਾ ਭਾਰਤ ਹੈ ਉਹ ਕਦੋਂ ਆਜ਼ਾਦ ਹੋਇਆ ਸੀ? 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ। ਤਾਂ 15 ਅਗਸਤ ਨੂੰ ਅਸੀਂ ਸੁਤੰਤਰਤਾ ਦਿਵਸ ਹੈ ਜਿਹੜਾ ਉਹ ਸਾਰੇ ਦੇਸ਼ ਦੇ ਵਿੱਚ ਮਨਾਇਆ ਜਾਂਦਾ ਹੈ। ਹਾਂਜੀ, ਸਭ ਤੋਂ ਪਹਿਲਾਂ ਦੇਖੋ ਭੂਮਿਕਾ ਹੈ। ਹਰ ਇੱਕ ਮਨੁੱਖ ਆਜ਼ਾਦੀ ਨਾਲ ਜਿਉਣਾ ਚਾਹੁੰਦਾ ਹੈ, ਪਰ ਮਨੁੱਖ ਪੂਰਨ ਆਜ਼ਾਦੀ ਤਾਂ ਹੀ ਮਾਣ ਸਕਦਾ ਹੈ ਜੇ ਉਸ ਦਾ ਦੇਸ਼ ਵੀ ਆਜ਼ਾਦ ਹੋਵੇ। ਦੇਖੋ, ਅੱਜ ਦਾ ਮਨੁੱਖ ਹੈ ਜਿਹੜਾ ਉਹ ਆਜ਼ਾਦੀ ਦੇ ਨਾਲ ਜਿਉਣਾ ਚਾਹੁੰਦਾ ਹੈ, ਪਰ ਕੀ ਹੈ, ਉਹ ਪੂਰਨ ਰੂਪ ਦੇ ਵਿੱਚ ਫਿਰ ਹੀ ਆਜ਼ਾਦੀ ਮਾਣ ਸਕਦਾ ਹੈ ਜੇਕਰ ਉਸ ਦਾ ਦੇਸ਼ ਪੂਰੀ ਤਰ੍ਹਾਂ ਆਜ਼ਾਦ ਹੋਵੇ। ਗੁਲਾਮੀ ਵਾਲਾ ਜੀਵਨ ਬਤੀਤ ਕਰਨ ਨਾਲੋਂ ਤਾਂ ਮੌਤ ਚੰਗੀ ਹੁੰਦੀ ਹੈ। ਭਾਰਤ ਵਾਸੀਆਂ ਨੂੰ ਸਦੀਆਂ ਤੱਕ ਗੁਲਾਮੀ ਦੀਆਂ ਜੰਜੀਰਾਂ ਵਿੱਚ ਵੱਜ ਕੇ ਘੁਟਨ ਭਰਿਆ ਜੀਵਨ ਹੀ ਗੁਜ਼ਾਰਨਾ ਪਿਆ। ਅੰਗਰੇਜ਼ ਸਰਕਾਰ ਨੇ ਭਾਰਤੀਆਂ ਉੱਪਰ ਅਕਹਿ ਅਤੇ ਅਸਹਿ ਜ਼ੁਲਮ ਕੀਤੇ, ਪਰ ਇੱਕ ਦਿਨ ਅਜਿਹਾ ਵੀ ਆਇਆ ਜਿਸ ਦਿਨ ਅੰਗਰੇਜ਼ਾਂ ਨੂੰ ਭਾਰਤ ਛੱਡ ਕੇ ਵਾਪਸ ਜਾਣਾ ਪਿਆ। ਹਾਂਜੀ, ਭਾਰਤ ਵਾਸੀਆਂ ਨੂੰ ਹਮੇਸ਼ਾ ਕੀ ਹੈ, ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜ ਕੇ ਰਹਿਣਾ ਪਿਆ ਹੈ। ਠੀਕ ਹੈ, ਉਹਨਾਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਕਰਨੀ ਪਈ ਹੈ ਅਤੇ ਅੰਗਰੇਜ਼ਾਂ ਨੇ ਭਾਰਤੀਆਂ ਦੇ ਉੱਪਰ ਨਾ ਕਹੇ ਜਾਣ ਵਾਲਾ ਅਤੇ ਨਾ ਸਹਿ ਜਾਣ ਵਾਲਾ ਜ਼ੁਲਮ ਹੈ ਜਿਹੜੇ ਉਹ ਕੀਤੇ ਹਨ। ਪਰ ਇੱਕ ਦਿਨ ਭਾਰਤੀਆਂ ਦੀ ਜ਼ਿੰਦਗੀ ਦੇ ਵਿੱਚ ਅਜਿਹਾ ਆਇਆ ਕਿ ਅੰਗਰੇਜ਼ਾਂ ਨੂੰ ਭਾਰਤ ਛੱਡ ਕੇ ਜਾਣਾ ਪਿਆ। ਨੈਕਸਟ, ਆਜ਼ਾਦੀ ਲਈ ਸੰਘਰਸ਼। ਆਜ਼ਾਦੀ ਹਾਸਲ ਕਰਨ ਦੇ ਲਈ ਆਜ਼ਾਦੀ ਦੇ ਸੰਘਰਸ਼ ਵਿੱਚ ਬਹੁਤ ਸਾਰੇ ਨੌਜਵਾਨਾਂ ਅਤੇ ਆਗੂਆਂ ਨੇ ਪੂਰੀ ਤਿਆਰੀ ਨਾਲ ਅੰਗਰੇਜ਼ ਸਰਕਾਰ ਦਾ ਵਿਰੋਧ ਕੀਤਾ। ਹਾਂਜੀ, ਆਜ਼ਾਦੀ ਨੂੰ ਹਾਸਲ ਕਰਨ ਦੇ ਲਈ ਆਜ਼ਾਦੀ ਦੀ ਜਿਹੜੀ ਲੜਾਈ ਸੀ, ਸੰਘਰਸ਼ ਮੀਨਜ਼ ਜਿਹੜੀ ਜੰਗ ਸੀ, ਉਹ ਬਹੁਤ ਸਾਰੇ ਨੌਜਵਾਨਾਂ ਨੇ ਅਤੇ ਆਗੂਆਂ ਨੇ। ਆਗੂ ਮੀਨਸ ਜਿਹੜੇ ਲੀਡਰ ਹੋਏ ਨੇ ਸਾਡੇ ਆਜ਼ਾਦੀ ਦੇ ਲਈ, ਫਰੀਡਮ ਫਾਈਟਰ। ਠੀਕ ਹੈ, ਉਹਨਾਂ ਨੇ ਪੂਰੀ ਤਿਆਰੀ ਨਾਲ ਅੰਗਰੇਜ਼ ਸਰਕਾਰਾਂ ਦਾ ਅੰਗਰੇਜ਼ਾਂ ਨੂੰ ਭਾਰਤ ਤੋਂ ਬਾਹਰ ਕੱਢਣ ਦੇ ਲਈ ਵਿਰੋਧ ਕੀਤਾ। ਬ੍ਰਿਟਿਸ਼ ਸਰਕਾਰ ਨੇ ਇਹਨਾਂ ਦੇਸ਼ ਭਗਤਾਂ 'ਤੇ ਲਾਠੀਆਂ ਅਤੇ ਗੋਲੀਆਂ ਦੀ ਬਹੁਤ ਵਾਰੀ ਵਰਖਾ ਕੀਤੀ, ਪਰ ਜਿਉਂ-ਜਿਉਂ ਸਰਕਾਰ ਦਾ ਜ਼ੁਲਮ ਵੱਧਦਾ ਗਿਆ, ਦੇਸ਼ ਭਗਤਾਂ ਵਿੱਚ ਜੋਸ਼ ਦੀ ਲਹਿਰ ਹੋਰ ਵੱਧਦੀ ਗਈ। ਜਿਉਂ-ਜਿਉਂ ਅੰਗਰੇਜ਼ਾਂ ਨੇ ਭਾਰਤੀਆਂ ਦੇ ਉੱਤੇ ਲਾਠੀ ਚਾਰਜ ਕੀਤਾ, ਗੋਲੀਆਂ ਦੀ ਵਰਖਾ ਕੀਤੀ, ਜ਼ੁਲਮ ਕੀਤੇ, ਉਸੇ ਤਰ੍ਹਾਂ ਹੀ ਦੇਸ਼ ਭਗਤਾਂ ਦੇ ਵਿੱਚ ਆਜ਼ਾਦੀ ਪ੍ਰਾਪਤ ਕਰਨ ਦਾ ਜਿਹੜਾ ਜੋਸ਼ ਸੀਗਾ, ਉਸ ਦੀ ਲਹਿਰ ਸੀ, ਉਹ ਦਿਨੋਂ ਦਿਨ ਵੱਧਦੀ ਹੀ ਗਈ। ਆਖਰ ਸ਼ਹੀਦਾਂ ਦਾ ਖੂਨ ਰੰਗ ਲਿਆਇਆ। ਜੋ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਜੋ ਨੌਜਵਾਨ ਆਗੂ ਸ਼ਹੀਦ ਹੋਏ ਦੇਸ਼ ਦੇ ਲਈ, ਉਹਨਾਂ ਦਾ ਜਿਹੜਾ ਖੂਨ ਸੀ ਉਹ ਰੰਗ ਲਿਆਇਆ। 15 ਅਗਸਤ 1947 ਈਸਵੀ ਦਾ ਉਹ ਪਵਿੱਤਰ ਦਿਨ ਵੀ ਆ ਗਿਆ ਜਦੋਂ ਗੁਲਾਮੀ ਦੀ ਰਾਤ ਗੁਜ਼ਰ ਗਈ ਅਤੇ ਆਜ਼ਾਦੀ ਦਾ ਸੂਰਜ ਚੜ੍ਹ ਆਇਆ। ਹਾਂਜੀ, ਫਿਰ ਕੀ ਸੀ, 15 ਅਗਸਤ 1947 ਨੂੰ ਉਹ ਪਵਿੱਤਰ ਦਿਨ ਆਇਆ ਭਾਰਤੀਆਂ ਦੀ ਜ਼ਿੰਦਗੀ ਦੇ ਵਿੱਚ, ਜਦੋਂ ਕਿ ਜਿਹੜੀ ਗੁਲਾਮੀ ਦੀ ਰਾਤ ਸੀ ਉਹ ਬੀਤ ਚੁੱਕੀ ਸੀ ਅਤੇ ਆਜ਼ਾਦੀ ਦਾ ਜਿਹੜਾ ਨਵਾਂ ਸੂਰਜ ਸੀ, ਨਵੀਂ ਸਵੇਰ ਸੀ, ਉਹ ਚੜ੍ਹ ਆਈ ਸੀ। ਨੈਕਸਟ ਦੇਖੋ, ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਰੰਗ ਲਿਆਈਆਂ। ਜੋ ਸਾਡੇ ਦੇਸ਼ ਭਗਤ ਸੀ, ਠੀਕ ਹੈ, ਆਜ਼ਾਦੀ ਲਈ ਲੜੇ, ਉਹਨਾਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹ ਇੱਕ ਦਿਨ ਰੰਗ ਲਿਆਈਆਂ।
15 ਅਗਸਤ ਦਾ ਸ਼ੁਭ ਦਿਨ ਦੇਖਣ ਲਈ ਕਈ ਅਣਗਿਣਤ ਮਾਵਾਂ ਦੇ ਪੁੱਤ ਸ਼ਹੀਦ ਹੋ ਗਏ, ਭੈਣਾਂ ਦੇ ਭਰਾ ਖੁੱਸ ਗਏ ਅਤੇ ਸੁਹਾਗਣਾਂ ਵਿਧਵਾ ਹੋ ਗਈਆਂ। ਮਹਾਤਮਾ ਗਾਂਧੀ, ਸਰਦਾਰ ਪਟੇਲ ਤੇ ਜਵਾਹਰ ਲਾਲ ਨਹਿਰੂ ਵਰਗੇ ਮਹਾਨ ਦੇਸ਼ ਭਗਤਾਂ ਨੂੰ ਕਈ ਵਾਰ ਜੇਲ੍ਹ ਦੇ ਕਸ਼ਟ ਸਹਿਣ ਕਰਨੇ ਪਏ। ਲਾਲਾ ਲਾਜਪਤ ਰਾਏ, ਨੇਤਾ ਜੀ ਸੁਭਾਸ਼ ਚੰਦਰ ਬੋਸ, ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਅਤੇ ਕਰਤਾਰ ਸਿੰਘ ਸਰਾਭਾ ਦੇ ਬਲੀਦਾਨ ਨੂੰ ਕੌਣ ਭੁੱਲ ਸਕਦਾ ਹੈ। ਇਹਨਾਂ ਬਲੀਦਾਨਾਂ ਦੀ ਇੱਕ ਲੰਮੀ ਪਰੰਪਰਾ ਪਿੱਛੋਂ ਸਾਨੂੰ ਆਜ਼ਾਦੀ ਮਿਲੀ। 15 ਅਗਸਤ ਨੂੰ ਚਾਰੇ ਪਾਸੇ ਖੁਸ਼ੀ ਦੀ ਲਹਿਰ ਛਾ ਗਈ। ਸਾਰਾ ਦੇਸ਼ ਖੁਸ਼ੀ ਵਿੱਚ ਝੂਮ ਉੱਠਿਆ। 15 ਅਗਸਤ ਦਾ ਉਹ ਸ਼ੁਭ ਦਿਨ ਸੀ, ਠੀਕ ਹੈ। ਉਹ ਸ਼ੁਭ ਦਿਨ ਸਾਨੂੰ ਦੇਖਣ ਲਈ ਕਿਵੇਂ ਮਿਲਿਆ? ਬਹੁਤ ਸਾਰੀਆਂ ਮਾਵਾਂ ਦੇ ਪੁੱਤ ਇਸ ਆਜ਼ਾਦੀ ਦੇ ਲਈ ਸ਼ਹੀਦ ਹੋ ਗਏ ਸੀ। ਭੈਣਾਂ ਦੇ ਭਰਾ ਖੁੱਸ ਗਏ ਮਤਲਬ ਉਹਨਾਂ ਤੋਂ ਖੁੱਸ ਗਏ, ਉਹਨਾਂ ਤੋਂ ਦੂਰ ਚਲੇ ਗਏ ਅਤੇ ਸੁਹਾਗਣਾਂ ਵਿਧਵਾ ਹੋ ਗਈਆਂ। ਕਈ ਸੁਹਾਗਣਾਂ ਦੇ ਔਰਤਾਂ ਦੇ ਪਤੀ ਮਰ ਗਏ। ਮਹਾਤਮਾ ਗਾਂਧੀ, ਸਰਦਾਰ ਪਟੇਲ, ਜਵਾਹਰ ਲਾਲ ਨਹਿਰੂ ਵਰਗੇ ਜਿਹੜੇ ਮਹਾਨ ਦੇਸ਼ ਭਗਤ ਹੋਏ ਨੇ, ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਬਹੁਤ ਸਾਰੇ ਦੁੱਖ ਸਹਿਣੇ ਪਏ। ਅਤੇ ਲਾਲਾ ਲਾਜਪਤ ਰਾਏ, ਨੇਤਾ ਜੀ ਸੁਭਾਸ਼ ਚੰਦਰ ਬੋਸ, ਸ਼ਹੀਦ ਭਗਤ ਸਿੰਘ ਅਤੇ ਰਾਜਗੁਰੂ ਸੁਖਦੇਵ ਅਤੇ ਕਰਤਾਰ ਸਿੰਘ ਸਰਾਭਾ ਦੇ ਬਲੀਦਾਨ, ਜਿਹੜਾ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਬਲੀਦਾਨ ਦਿੱਤਾ, ਉਸ ਨੂੰ ਕੋਈ ਵੀ ਭੁੱਲ ਨਹੀਂ ਸਕਦਾ। ਇਹਨਾਂ ਬਲੀਦਾਨਾਂ ਦੀ ਇੱਕ ਲੰਮੀ ਪਰੰਪਰਾ ਪਿੱਛੋਂ ਹੀ ਸਾਨੂੰ ਆਜ਼ਾਦੀ ਮਿਲੀ ਹੈ। ਨੈਕਸਟ ਹੈ ਕੌਮੀ ਝੰਡਾ ਲਹਿਰਾਉਣਾ। ਹਾਂਜੀ, 15 ਅਗਸਤ ਨੂੰ ਜਿਹੜਾ ਝੰਡਾ ਹੈ ਉਹ ਲਹਿਰਾਇਆ ਜਾਂਦਾ ਹੈ। ਆਜ਼ਾਦੀ ਸੰਘਰਸ਼ ਦੇ ਮਹਾਨ ਸੈਨਾਨੀ ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ। ਹਾਂਜੀ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ? ਪੰਡਿਤ ਜਵਾਹਰ ਲਾਲ ਨਹਿਰੂ ਨੇ ਲਾਲ ਕਿਲ੍ਹੇ 'ਤੇ ਕੌਮੀ ਝੰਡਾ ਲਹਿਰਾਇਆ। ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ। ਜਿਹੜੇ ਸ਼ਹੀਦ ਹੋਏ ਸੀ ਆਜ਼ਾਦੀ ਲਈ, ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਭਾਰਤ ਦੇ ਸੁਨਹਿਰੇ ਭਵਿੱਖ ਲਈ, ਸੁਨਹਿਰੀ ਆਉਣ ਵਾਲੇ ਸਮੇਂ ਲਈ ਕਈ ਯੋਜਨਾਵਾਂ ਘੜੀਆਂ ਗਈਆਂ। ਉਸ ਸਮੇਂ ਤੋਂ ਹੀ 15 ਅਗਸਤ ਦਾ ਦਿਨ ਹੈ ਜਿਹੜਾ ਉਹ ਇੱਕ ਕੌਮੀ ਤਿਉਹਾਰ ਦੇ ਵਜੋਂ, ਰਾਸ਼ਟਰੀ ਤਿਉਹਾਰ ਦੇ ਵਜੋਂ ਸਾਰੇ ਭਾਰਤ ਦੇ ਵਿੱਚ ਬਹੁਤ ਹੀ ਖੁਸ਼ੀਆਂ ਦੇ ਨਾਲ ਮਨਾਇਆ ਜਾਂਦਾ ਹੈ। ਇਸ ਦਿਨ 15 ਅਗਸਤ ਵਾਲੇ ਦਿਨ ਸਕੂਲ ਕਾਲਜਾਂ ਦੇ ਵਿੱਚ ਵੀ ਕੌਮੀ ਝੰਡੇ ਨੂੰ ਲਹਿਰਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਨੈਕਸਟ, ਆਜ਼ਾਦ ਭਾਰਤ ਅਤੇ ਸਮੱਸਿਆਵਾਂ। ਹੁਣ ਭਾਰਤ ਆਜ਼ਾਦ ਹੈ, ਪਰ ਅਜੇ ਵੀ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋ ਸਕਿਆ। ਅੱਜ ਭਾਰਤ ਦੇ ਲੋਕ ਨਿੱਜੀ ਸਵਾਰਥ ਦੇ ਲਈ ਦਲ-ਦਲ ਵਿੱਚ ਫਸੇ ਹੋਏ ਹਨ। ਸਾਡਾ ਜਿਹੜਾ ਮੁੱਖ ਫਰਜ਼ ਹੈ ਕਿ ਦੇਸ਼ ਦੇ ਵਿਕਾਸ ਦੇ ਲਈ, ਇਸ ਦੀ ਆਜ਼ਾਦੀ ਨੂੰ ਬਣਾਈ ਰੱਖਣ ਦੇ ਲਈ ਇਮਾਨਦਾਰੀ ਦਾ ਸਬੂਤ ਦੇਣਾ ਚਾਹੀਦਾ ਹੈ ਸਾਨੂੰ, ਠੀਕ ਹੈ। ਸਾਨੂੰ ਆਪਣੇ ਫਰਜ਼ ਇਮਾਨਦਾਰੀ ਨਾਲ ਨਿਭਾਉਣੇ ਚਾਹੀਦੇ ਨੇ। ਜਨਤਾ ਅਤੇ ਸਰਕਾਰ ਨੂੰ ਮਿਲ ਕੇ ਦੇਸ਼ ਦਾ ਨਵਾਂ ਨਿਰਮਾਣ ਕਰਨਾ ਚਾਹੀਦਾ ਹੈ। ਦੇਸ਼ ਨੂੰ ਸੰਭਾਲਣਾ ਚਾਹੀਦਾ ਹੈ, ਲਈ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਹਾਂਜੀ, ਨੈਕਸਟ ਹੈ ਸਿੱਟਾ। ਇਸ ਤਰ੍ਹਾਂ 15 ਅਗਸਤ ਦਾ ਦਿਨ ਦੇਸ਼ ਦੀ ਆਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਦੀ ਯਾਦ ਨੂੰ ਤਾਜ਼ਾ ਕਰਦਾ ਹੈ। ਇਹ ਦਿਨ ਸਾਨੂੰ ਆਪਣੀ ਆਜ਼ਾਦੀ ਬਣਾਈ ਰੱਖਣ ਦੀ ਸਿੱਖਿਆ ਵੀ ਦਿੰਦਾ ਹੈ। 15 ਅਗਸਤ ਦੇ ਦਿਨ ਅਸੀਂ ਆਪਣੇ ਸ਼ਹੀਦਾਂ ਨੂੰ ਅਤੇ ਉਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਅਤੇ ਉਹਨਾਂ ਨੂੰ ਸ਼ਰਧਾਂਜਲੀਆਂ ਦਿੰਦੇ ਹਾਂ। ਇਹ ਦਿਨ ਹੈ ਜਿਹੜਾ 15 ਅਗਸਤ ਦਾ ਸਾਡਾ ਆਜ਼ਾਦੀ ਦਿਹਾੜਾ ਹੈ, ਉਹ ਸਾਡੀ ਆਜ਼ਾਦੀ ਬਣਾਈ ਰੱਖਣ ਦੀ ਸਾਨੂੰ ਸਿੱਖਿਆ ਦਿੰਦਾ ਹੈ। ਕਲੀਅਰ? ਥੈਂਕ ਯੂ।